ਸਤਿ ਸ਼੍ਰੀ ਅਕਾਲ। ਜਦੋਂ ਵੀ ਅਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਹਾਂ ਤੇ ਸਾਡਾ ਇੱਕ ਅਹਿਮ ਸਵਾਲ ਹੁੰਦਾ ਹੈ ਕਿ ਸਾਨੂੰ ਕਿਹੜੇ ਸਮਾਨ ਦੀ ਕਿੰਨੀ ਜ਼ਰੂਰਤ ਹੈ ਤੇ ਜ਼ਿਆਦਾ ਜ਼ਰੂਰੀ ਗੱਲ ਕਿ ਖਰਚਾ ਕਿੰਨਾ ਹੋਏਗਾ। ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕਿ ਸਾਰੇ ਖਰਚੇ ਦੀ ਤੇ ਮਟੀਰੀਅਲ ਦੀ ਸੂਚੀ ਕਿਵੇਂ ਬਣਾਈ ਜਾਂਦੀ ਹੈ। ਸੂਚੀ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਬਿੱਲ ਆਫ ਮਟੀਰੀਅਲਸ ਕਹਿੰਦੇ ਹਾਂ। ਆਓ ਦੇਖੀਏ ਕਿਵੇਂ ਬਣਾਇਆ ਜਾਂਦਾ ਹੈ ਬਿੱਲ ਆਫ ਮਟੀਰੀਅਲਸ। ਬਿੱਲ ਆਫ ਮਟੀਰੀਅਲ ਦੀ ਸੂਚੀ ਬਣਾਉਣ ਲਈ ਸਾਨੂੰ ਤਿੰਨ ਗੱਲਾਂ ਜਾਣਨੀਆਂ ਪਹਿਲਾਂ ਜ਼ਰੂਰੀ ਹੈ ਕਿ ਸਾਡਾ ਜੰਗਲ ਜਿੱਥੇ ਅਸੀਂ ਲਗਾਉਣਾ ਉਹ ਥਾਂ ਦਾ ਖੇਤਰਫਲ ਕਿੰਨਾ, ਏਰੀਆ ਕਿੰਨਾ। ਦੂਜਾ ਨੰਬਰ ਇਹ ਕਿ ਸਾਡੀ ਜਿਹੜੀ ਅਸੀਂ ਬੂਟੇ ਲਗਾਉਣੇ ਆ ਜਾਂ ਜੰਗਲ ਲਗਾਉਣਾ ਉਹਦੀ ਡੈਂਸਿਟੀ ਜਾਣੇ ਕਿ ਕਿੰਨੇ ਸੰਘਣਾ ਅਸੀਂ ਜੰਗਲ ਲਗਾਉਣਾ। ਆਮ ਤੌਰ ਤੇ ਡਾਕਟਰ ਮਿਆਵਾਕੀ ਨੇ ਕਿਹਾ ਕਿ 1 ਸਕੁਆਇਰ ਮੀਟਰ ਦੇ ਵਿੱਚ 3 ਤੋਂ 5 ਬੂਟੇ ਲਗਾਏ ਜਾ ਸਕਦੇ ਨੇ। ਪੰਜਾਬ ਵਰਗੀ ਥਾਂ ਤੇ ਅਸੀਂ 2 ਸਕੁਆਇਰ ਮੀਟਰ ਵਿੱਚ 7 ਬੂਟੇ ਲਗਾਉਣੇ ਜਾਣੇ ਕਿ ਪਰ ਸਕੁਆਇਰ ਮੀਟਰ 3.5 ਬੂਟਿਆਂ ਦਾ ਅਸੀਂ ਸੰਘਣਾਪਨ ਰੱਖਦੇ ਹਾਂ। ਤੇ ਤੀਜਾ ਨੰਬਰ ਤੇ ਜਾਣਨਾ ਜ਼ਰੂਰੀ ਹੁੰਦਾ ਕਿ ਤੁਹਾਡੀ ਸੋਇਲ ਦੀ ਟਾਈਪ ਕਿਹੜੀ ਹੈ। ਤੁਹਾਡੀ ਮਿੱਟੀ ਜਿਹੜੀ ਸੈਂਡੀ ਹੈ ਜਾਣੇ ਕਿ ਰੇਤਲੀ ਮਿੱਟੀ ਹੈ ਜਾਂ ਉਹਦੇ 'ਚ ਰੇਤ ਘੱਟ ਹੈ ਤੇ ਚਿਕਨਾਪਨ ਜ਼ਿਆਦਾ। ਤੇ ਇਸ ਮਿੱਟੀ ਦੇ ਪ੍ਰਕਾਰ ਤੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਜਿਹੜਾ ਬਾਇਓਮਾਸ ਜਾਣੇ ਕਿ ਤੂੜੀ, ਰੂੜੀ, ਚਾਵਲਾਂ ਦੀ ਫੱਕ ਉਹ ਕਿੰਨੀ ਮਾਤਰਾ ਵਿੱਚ ਪਾਣੀ ਹੈ। ਏਰੀਏ ਦੇ ਨਾਲ ਅਸੀਂ ਕੈਲਕੂਲੇਟ ਕਰਦੇ ਹਾਂ ਕਿ ਸਾਨੂੰ ਪਰ ਸਕੁਆਇਰ ਮੀਟਰ ਕਿੰਨੀ ਤੂੜੀ ਰੂੜੀ ਚਾਹੀਦੀ ਹੈ, ਕਿੰਨੀ ਚਾਵਲਾਂ ਦੀ ਫੱਕ ਚਾਹੀਦੀ ਹੈ। ਤੇ ਡਿਪੈਂਡਿੰਗ ਔਨ ਕਿ ਤੁਹਾਡੀ ਸੋਇਲ ਦੇ ਵਿੱਚ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ। ਜੇ ਤੁਹਾਡੀ ਮਿੱਟੀ ਰੇਤਲੀ ਹੈ ਤਾਂ ਤੁਹਾਨੂੰ ਨਮੀ ਨੂੰ ਪਚਾ ਕੇ ਜਾਂ ਨਮੀ ਨੂੰ ਸੰਭਾਲ ਕੇ ਰੱਖਣ ਵਾਲੇ ਪਦਾਰਥ ਜਿਵੇਂ ਕਿ ਰੂੜੀ ਜਾਂ ਗੰਨੇ ਦਾ ਜਿਹੜਾ ਬਗਾਸ ਹੁੰਦਾ, ਜਿਹੜਾ ਗੰਨੇ ਦਾ ਜੂਸ ਕੱਢਣ ਤੋਂ ਬਾਅਦ ਜਿਹੜਾ ਬਚਦਾ ਸਮਾਨ ਸਾਰਾ, ਤੇ ਇਹ ਸਾਰੀਆਂ ਚੀਜ਼ਾਂ ਦਾ ਮਿਸ਼ਰਣ ਕਿੰਨੀ ਮਾਤਰਾ ਵਿੱਚ ਸਾਨੂੰ ਜ਼ਰੂਰਤ ਹੈ। ਉਸ ਮਿਣਤੀ ਤੋਂ ਅਸੀਂ ਜਦੋਂ ਸਾਨੂੰ ਇੱਕ ਯੂਨਿਟ ਦਾ ਰੇਟ ਪਤਾ ਹੁੰਦਾ ਵੀ ਕਿੰਨੇ ਰੁਪਏ ਕਿਲੋ ਚੀਜ਼ ਮਿਲਦੀ ਹੈ, ਉਸ ਗਿਣਤੀ ਦੇ ਨਾਲ ਅਸੀਂ ਖਰਚਾ ਜਿਹੜਾ ਕੈਲਕੂਲੇਟ ਕੀਤਾ ਜਾ ਸਕਦਾ ਹੈ। ਤੇ ਜਿੰਨਾ ਸਾਡਾ ਏਰੀਆ ਹੈ ਤੇ ਜਿੰਨਾ ਅਸੀਂ ਸੰਘਣਾਪਨ ਜੰਗਲ ਦਾ ਰੱਖਣਾ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਸਕਦਾ ਕਿ ਜਿਵੇਂ ਅਸੀਂ 100 ਸਕੁਆਇਰ ਮੀਟਰ ਦੇ ਵਿੱਚ ਜੇ ਜੰਗਲ ਲਗਾਉਣਾ ਤੇ ਸਾਨੂੰ ਕਿੰਨੇ ਬੂਟਿਆਂ ਦੀ ਜ਼ਰੂਰਤ ਪਏਗੀ। ਸੋ ਬੂਟਿਆਂ ਦੀ ਸੂਚੀ ਦੇ ਨਾਲ ਹਰੇਕ ਬੂਟੇ ਦਾ ਅਸੀਂ ਰੇਟ ਲਿਖ ਸਕਦੇ ਹਾਂ ਜੇ ਤੋਂ ਸਾਡਾ ਬੂਟਿਆਂ ਦਾ ਖਰਚਾ ਕੈਲਕੂਲੇਟ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਜੰਗਲ ਲਗਾਉਣ ਵਿੱਚ ਸਾਨੂੰ ਕਿਹੜੇ ਸੰਦਾਂ ਦੀ ਲੋੜ ਹੈ, ਕਿਹੜੀ ਮਸ਼ੀਨਰੀ ਦੀ ਲੋੜ ਹੈ, ਉਹ ਵੀ ਏਰੀਏ ਦੇ ਹਿਸਾਬ ਨਾਲ ਤੇ ਸਾਨੂੰ ਪਤਾ ਲੱਗਦਾ। ਜਿਵੇਂ ਅਸੀਂ 3 ਫੁੱਟ ਜਿਹੜਾ ਫੋਰੈਸਟ ਬੈੱਡ ਤਿਆਰ ਕਰਦੇ ਹਾਂ ਤੇ 100 ਸਕੁਆਇਰ ਮੀਟਰ ਵਾਸਤੇ ਜਦੋਂ ਅਸੀਂ JCB ਜਾਣੇ ਕੋਈ ਵੀ ਅਰਥ ਮੂਵਰ ਯੂਜ਼ ਕਰਨਾ ਤੇ ਕਰੀਬ 10-11 ਘੰਟੇ ਅਸੀਂ ਕੈਲਕੂਲੇਟ ਕਰਕੇ ਚੱਲਦੇ ਹਾਂ। ਇਹਦੇ ਨਾਲ ਵੀ ਤੁਸੀਂ ਖਰਚਾ ਲਿਖ ਸਕਦੇ ਹੋ JCB ਦਾ ਪਤਾ ਕਰਕੇ ਕਿ 1 ਘੰਟੇ ਦਾ ਖਰਚਾ ਕਿੰਨਾ ਹੈ। ਤੇ ਜਿੱਦਾਂ ਹੀ ਅਸੀਂ ਗੱਲ ਕਰ ਰਹੇ ਹਾਂ ਸਾਨੂੰ ਸੰਦਾਂ ਦੀ ਕਿੰਨੀ ਜ਼ਰੂਰਤ ਹੈ, ਜਿੰਨੇ ਬੂਟੇ ਨੇ ਸਾਡੇ ਉਸ ਹਿਸਾਬ ਨਾਲ ਕਿੰਨੀ ਸਾਨੂੰ ਲੇਬਰ ਚਾਹੀਦੀ ਹੈ, 1 ਮੈਨ ਡੇ ਜਾਣੇ ਕਿ 1 ਦਿਹਾੜੀਦਾਰ ਦਾ ਸਾਡਾ ਖਰਚਾ ਕਿੰਨਾ ਹੈ। ਇੱਦਾਂ ਦੀਆਂ ਸਾਰੀਆਂ ਕੈਲਕੂਲੇਸ਼ਨਸ ਅਸੀਂ ਸੂਚੀ ਦੇ ਵਿੱਚ ਨਿਰਧਾਰਿਤ ਕਰਕੇ ਲਿਖ ਸਕਦੇ ਹਾਂ। ਇਹ ਹੁੰਦੀ ਹੈ ਬਿੱਲ ਆਫ ਮਟੀਰੀਅਲਸ ਜਾਣੇ ਕਿ ਖਰਚੇ ਤੇ ਸਮਾਨ ਦੀ ਸੂਚੀ। ਇਹ ਜਿਹੜੀ ਸੂਚੀ ਹੈ ਇੱਕ ਅਹਿਮ ਰੋਲ ਅਦਾ ਕਰਦੀ ਹੈ ਤੁਹਾਡੇ ਪ੍ਰੋਜੈਕਟ ਵਿੱਚ। ਜੇ ਤੁਹਾਡੇ ਕੋਲ ਮਾਇਆ ਦੀ ਕਮੀ ਹੈ ਤਾਂ ਤੁਸੀਂ ਅਰੇਂਜ ਕਰ ਸਕਦੇ ਹੋ, ਫੰਡ ਰੇਜ਼ਿੰਗ ਕਰ ਸਕਦੇ ਹੋ, ਕਰਾਊਡ ਫੰਡਿੰਗ ਕਰ ਸਕਦੇ ਹੋ ਜਾਂ ਫਿਰ ਕਿਸੇ ਕੰਪਨੀ ਤੋਂ ਸਪਾਂਸਰ ਵੀ ਕਰਾ ਸਕਦੇ ਹੋ। ਜਾਂ ਤੁਹਾਡਾ ਆਪਣਾ ਨਿੱਜੀ ਪ੍ਰੋਜੈਕਟ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇੰਨੀ ਲਾਗਤ ਸਮਾਨ ਦੀ ਇੰਨੇ ਖਰਚੇ ਦੀ ਜ਼ਰੂਰਤ ਪਊਗੀ ਤੇ ਤੁਸੀਂ ਉਹਦੇ ਲਈ ਤਿਆਰ ਰਹਿ ਸਕਦੇ ਹੋ। ਸੋ ਇਹ ਬਿੱਲ ਆਫ ਮਟੀਰੀਅਲ ਇੱਕ ਅਜਿਹੀ ਸੂਚੀ ਹੈ ਜਿਹੜੀ ਕਿ ਆਪਣੇ ਪ੍ਰੋਜੈਕਟ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਰਾਹੀਂ ਬਿੱਲ ਆਫ ਮਟੀਰੀਅਲ ਤਿਆਰ ਕਰ ਸਕਦੇ ਹੋ। ਧੰਨਵਾਦ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ। ਜੰਗਲ ਵਿੱਚ ਆਉਣ ਵਾਲੇ ਖਰਚੇ ਦੀ ਸੂਚੀ ਜਾਣੇ ਬਿੱਲ ਆਫ ਮਟੀਰੀਅਲਸ ਤੁਸੀਂ ਇਸ ਵੀਡੀਓ 'ਚ ਸਿੱਖ ਲਿਆ ਹੋਣਾ ਤੇ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਰੂਬਰੂ ਕਰਾਂਗੇ ਕਿ ਜੰਗਲ ਲਗਾਉਣ ਤੋਂ ਬਾਅਦ ਉਹਦਾ ਰੱਖ ਰਖਾਵ ਜਾਣੇ ਕਿ ਦੇਖਭਾਲ ਕਿਵੇਂ ਕੀਤੀ ਜਾਵੇ। ਜੁੜੇ ਰਹਿਣਾ ਅਗਲੀ ਵੀਡੀਓ 'ਚ। ਧੰਨਵਾਦ।